ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਅੱਜ ਦਾ ਦਿਨ, ਅੱਜ ਦੀ ਸਵੇਰ ਪੰਜਾਬ ਦੇ ਲੋਕਾਂ ਦੇ ਲਈ ਬੜੀ ਅਹਿਮ ਹੈ, ਕਿਉਂਕਿ ਅੱਜ ਪੰਜਾਬ ਦੇ ਲੋਕਾਂ ਨੇ ਆਪਣੀ ਕਿਸਮਤ ਜਿਹੜੀ ਆ ਖੁਦ ਲਿਖਣੀ ਹੈ। ਭਾਵ ਕਿ ਅੱਜ ਲੋਕਾਂ ਨੇ ਸਰਕਾਰ ਚੁਣਨੀ ਹੈ, ਭਾਵ ਕਿ ਅੱਜ ਵੋਟਾਂ ਦਾ ਦਿਨ ਹੈ। ਪੰਜਾਬ ਦੇ ਵੋਟਰ ਕੁਝ ਦੇਰ ਬਾਅਦ ਵੋਟਾਂ ਪਾਉਣੀਆਂ ਸ਼ੁਰੂ ਕਰ ਦੇਣਗੇ, ਪਰ ਵੋਟ ਪਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਤਾਂ ਜੋ ਸਾਨੂੰ 5 ਸਾਲ ਪਛਤਾਉਣਾ ਨਾ ਪਵੇ। ਕੁਝ ਅਹਿਮ ਤੇ ਜ਼ਰੂਰੀ ਗੱਲਾਂ ਕਰਾਂਗੇ ਵੋਟ ਪਾਉਣ ਤੋਂ ਪਹਿਲਾਂ। ਕਿਰਪਾ ਕਰਕੇ ਇਹ ਪ੍ਰੋਗਰਾਮ ਜਿਹੜਾ ਜ਼ਰੂਰ ਦੇਖਿਓ। ਅਸੀਂ ਭਾਵੁਕ ਹੋ ਕੇ ਵੀ ਅਪੀਲ ਕਰਾਂਗੇ ਤੇ ਕੁਝ ਚੰਗੀਆਂ ਮਾੜੀਆਂ ਗੱਲਾਂ ਪਿਛਲੇ ਸਮੇਂ ਦੇ ਵਿੱਚ ਜੋ ਬੀਤੀਆਂ, ਜੋ ਸਾਡੇ ਤੋਂ ਗਲਤੀਆਂ ਹੋਈਆਂ, ਉਸ ਤੇ ਵੀ ਅਸੀਂ ਵਿਚਾਰ ਵਟਾਂਦਰਾ ਕਰਾਂਗੇ। ਮੇਰੇ ਨਾਲ ਇਸ ਅਹਿਮ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਰਾਜਨੀਤੀ ਸ਼ਾਸਤਰ ਦੇ ਉੱਘੇ ਵਿਦਵਾਨ ਡਾਕਟਰ ਸਤਨਾਮ ਸਿੰਘ ਦਿਓਲ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। बहुत बहुत शुक्रिया जी सुखविंदर जी, बहुत मेहरबानी। सारे वेखण सुनने वाले का धन्यवाद। सर मैं चाਹੁੰਦਾ कि ਜਿਹੜਾ ਅੱਜ ਪ੍ਰੋਗਰਾਮ ਕਰਨਾ ਹੈ, ਤੁਹਾਨੂੰ ਪਤਾ ਹੀ ਆਪਣੇ ਦਰਸ਼ਕਾਂ ਨੂੰ ਵੀ ਆਪਾਂ ਦੱਸ ਚੁੱਕੇ ਹਾਂ ਕਿ ਕੁਝ ਦੇਰ ਬਾਅਦ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਨੇ, ਤੇ ਮੈਂ ਚਾਹੁੰਦਾ ਕਿ ਤੁਸੀਂ ਸਿੱਧੀ ਗੱਲਬਾਤ ਤੁਸੀਂ ਖੁਦ ਹੀ ਕਰ ਲਓ ਤਾਂ ਜੋ ਮੈਂ ਤੁਹਾਨੂੰ ਜੋ ਸਵਾਲ ਪੁੱਛਾਂ ਕਿ ਕਿਸ ਤਰੀਕੇ ਨਾਲ ਆਪਾਂ ਗੱਲਬਾਤ ਕਰਨੀ ਚਾਹੁੰਦੇ ਆ। ਅੱਜ ਮੈਂ ਚਾਹੁੰਦਾ ਕਿ ਬੜੀ ਅਹਿਮ ਗੱਲਬਾਤ ਹੈ। ਤੁਸੀਂ ਤੁਹਾਡਾ ਬਹੁਤ ਜ਼ਿਆਦਾ ਤਜਰਬਾ ਹੈ, ਸਾਡੇ ਨਾਲੋਂ ਸਿਆਣੇ ਵੀ ਹੋ, ਸਾਡੇ ਨਾਲੋਂ ਵੱਡੇ ਵੀ ਆ। ਮੈਂ ਚਾਹੁੰਦਾ ਕਿ ਪੰਜਾਬ ਦੇ ਵੋਟਰਾਂ ਨੂੰ ਤੁਸੀਂ ਸਿੱਧੇ ਤੌਰ ਤੇ ਅਪੀਲ ਤੁਸੀਂ ਸ਼ੁਰੂਆਤ ਕਰੋ। ਹਾਂਜੀ, ਜਿਹੜੀ ਅੱਜ ਨਾ ਜੀ, ਜਿਵੇਂ ਆਪਾਂ ਅਕਸਰ ਜਦੋਂ ਮਿਲਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜਾਂ ਕਿਤੇ ਹੋਰ ਵੀ ਚੈਨਲ, ਜੇ ਕੋਈ ਮੈਨੂੰ ਬੇਨਤੀ ਲਾਉਂਦਾ ਹਨਾ, ਕੋਈ ਹੁਕਮ ਕਰਦਾ, ਤਾਂ ਮੈਂ ਬੜਾ ਮਤਲਬ ਹੰਬਲ ਹੋ ਕੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦਾ। ਉਦੋਂ ਪਤਾ ਕੀ ਹੁੰਦਾ, ਉਦੋਂ ਚਰਚਾ ਛਿੜਦੀ ਆ ਮੁੱਦਿਆਂ ਦੀ, ਹਨਾ। ਉਦੋਂ ਆਪਾਂ ਕਿਸੇ ਲੀਡਰ ਨੂੰ, ਕਿਸੇ ਪਾਰਟੀ ਨੂੰ ਮੁੱਦਾ ਬਣਾਉਣੇ ਆ। ਬਿਲਕੁਲ ਅੱਜ ਮੁਖਾਤਬ ਹੀ ਆਪਾਂ ਆਪਦੇ ਵਰਗੇ ਜਿਹੜੇ ਸਾਡੀਆਂ ਭੈਣਾਂ, ਸਾਡੇ ਭਰਾ, ਸਾਡੇ ਬਾਬੇ, ਸਾਡੀਆਂ ਧੀਆਂ, ਸਾਡੇ ਪੁੱਤ, ਉਹਨਾਂ ਦੇ ਨਾਲ ਹੋਣਾ। ਇਹ ਜਿਵੇਂ ਤੁਸੀਂ ਪਹਿਲਾਂ ਦੱਸ ਹੀ ਦਿੱਤਾ ਜੀ ਕਿ ਇਹ ਇੱਕ ਜਜ਼ਬਾਤੀ, ਜਿੰਨਾ ਵੀ ਚਿਰ ਇਹ ਗੱਲਬਾਤ ਹੋਊਗੀ ਨਾ, ਤੁਹਾਡੇ ਵੱਲੋਂ ਵੀ ਮੈਨੂੰ ਪਤਾ ਹੈ ਤੇ ਮੇਰੇ ਵੱਲੋਂ ਵੀ, ਇਹ ਕੋਈ ਰਾਜਨੀਤੀ ਵਾਲੀ ਨਹੀਂ ਹੈ, ਇਹ ਤਾਂ ਜਜ਼ਬਾਤ ਵਾਲੀ ਹੈ। ਕਿਉਂਕਿ ਦੇਖੋ, ਜਿਵੇਂ ਕੋਈ ਧਾਰਮਿਕ ਮੇਲੇ ਹੁੰਦੇ ਆ, ਕੋਈ ਬਾਬਿਆਂ ਦੇ ਮੇਲੇ, ਕੋਈ ਸੂਰਮਿਆਂ ਦੇ ਮੇਲੇ, ਹਨਾ ਜੀ, ਕੋਈ ਯੋਧਿਆਂ ਦੇ ਮੇਲੇ, ਇਹ ਲੋਕਾਂ ਦਾ ਮੇਲਾ, ਲੋਕ ਰਾਜ ਨੂੰ ਆਪਾਂ ਕਹਿੰਦੇ ਹਾਂ। ਇਸ ਮੇਲੇ 'ਚ ਲੋਕ ਰਾਜਿਆਂ ਵਾਂਗੂ ਵਿਚਰਦੇ ਆ। ਆਪਾਂ ਕਹਿੰਦੇ ਲੋਕਾਂ ਨੇ ਸਰਕਾਰ ਬਣਾਉਣੀ ਆ, ਇਹ ਲੋਕਾਂ ਨੇ ਕਿਸੇ ਹੋਰ ਦੀ ਨਹੀਂ ਬਣਾਉਣੀ, ਆਪਦੇ ਆਪ ਦੀ ਬਣਾਉਣੀ ਹੈ। ਤਾਂ ਇਹ ਆ ਕਿ ਜਿਵੇਂ ਕਿਸੇ ਮਾਤਾ ਨੇ ਜਾਂ ਕਹਿ ਲਓ ਮਾਪਿਆਂ ਨੇ ਜਦੋਂ ਕਿਸੇ ਬੱਚੇ ਨੂੰ ਜਨਮ ਦੇਣਾ, ਤਾਂ ਉਹਨਾਂ ਕਿਸੇ ਬੱਚੇ ਨੂੰ ਜਨਮ ਨਹੀਂ ਦੇਣਾ, ਉਹਨਾਂ ਨੇ ਅਸਲ ਵਿੱਚ ਆਪਣੇ ਆਪ ਨੂੰ ਹੀ ਰੀਪਰੋਡਿਊਸ ਕਰਨਾ। ਉਵੇਂ ਹੀ ਇਹ ਤੁਸੀਂ ਆਪਣੇ ਆਪ ਨੂੰ ਹੀ ਸਰਕਾਰ ਵਾਂਗੂ ਪੇਸ਼ ਕਰਨਾ। ਇਹ ਬੜੀ 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 ਸੋਹਣੀ ਗੱਲ ਆ। ਤੇ ਹੁਣ ਤਾਂ ਕੁਛ ਮਤਲਬ ਕਹਿ ਲਓ ਕਿ ਲਮਹਿਆਂ ਦੇ ਬਾਅਦ ਲੋਕਾਂ ਨੇ ਉਹ ਰਾਜਿਆਂ ਵਾਲਾ ਆਪਦਾ ਰੋਲ, ਜਿਹੜਾ ਉਹ ਭੂਮਿਕਾ, ਉਹ ਨਿਭਾਉਣੀ ਸ਼ੁਰੂ ਕਰ ਦੇਣੀ ਹੈ। ਤੇ ਉਸ ਤੋਂ ਬਾਅਦ ਸਾਰਾ ਮੁਕੱਦਰ ਜਿਹੜਾ ਹੈ, ਕਿਹਦੀ ਹੁਕੂਮਤ ਹੋਣੀ ਹੈ ਕਿਹਦੀ ਨਹੀਂ, ਉਹ ਲੋਕਾਂ ਦੇ ਹੱਥ 'ਚ ਹੋਣੀ ਆ। ਵੇਖੋ ਕੌਣ ਬਣਦੇ ਨੇ ਆਖਰ ਨੂੰ, ਸ਼ਕਤੀਆਂ ਵਾਲੇ, ਰਾਜੇ ਬੰਗਲਿਆਂ ਵਾਲੇ, ਜਾਂ ਲੋਕੀ ਬਸਤੀਆਂ ਵਾਲੇ। ਵੇਖੋ ਕੌਣ ਬਣਦੇ ਹਨਾ। ਹੁਣ ਬਸ ਕੁਛ ਘੰਟਿਆਂ 'ਚ ਹੀ ਬਣ ਜਾਣੇ ਆ ਰਾਜੇ। ਹੁਣ ਪਤਾ ਲੱਗੇਗਾ ਕਿ ਉਹ ਮਹਿਲਾ ਵਾਲੇ ਬਣਦੇ ਆ ਕਿ ਉਹ ਆਮ ਲੋਕ, ਜਿਹੜੇ ਰਾਜੇ, ਜਿਹੜੇ ਸਾਡੇ ਵਾਂਗੂ ਗਲੀਆਂ 'ਚੋਂ, ਨੁੱਕਰਾਂ 'ਚੋਂ, ਪਿੰਡਾਂ 'ਚੋਂ ਉੱਠ ਕੇ ਵੋਟ ਪਾਉਣ ਜਾਂਦੇ ਆ, ਉਹ ਰਾਜੇ ਬਣਦੇ ਆ। ਇਹ ਆਪਣੇ ਲੋਕਾਂ ਨੂੰ ਵੀ ਬੜਾ ਸੋਚਣਾ ਪਊ। ਡਾਕਟਰ ਸਾਹਿਬ, ਜਦੋਂ ਆਪਾਂ ਆਮ ਗੱਲਬਾਤ ਕਰਦੇ ਆ ਨਾ, ਬਿਲਕੁਲ ਆਪਾਂ ਜਦੋਂ ਇਹ ਕਹਿੰਦੇ ਆ ਨਾ ਕਿ ਵੇਖੋ ਕੌਣ ਬਣਦੇ ਨੇ ਆਖਰ ਨੂੰ, ਸ਼ਕਤੀਆਂ ਵਾਲੇ, ਰਾਜੇ ਬੰਗਲਿਆਂ ਵਾਲੇ, ਕਿ ਲੋਕੀ ਬਸਤੀਆਂ ਵਾਲੇ, ਤੇ ਉਹਦੇ ਵਿੱਚ ਅਗਲੀ ਚੀਜ਼ ਹੋਰ ਵੀ ਹੈ। ਉਹ ਇਹ ਹੈ ਜੀ ਕਿ ਜੀ ਉਸ ਮੁਲਕ ਦਾ ਮੁਕੱਦਰ ਕਦੇ ਉੱਚਾ ਨਹੀਂ ਹੁੰਦਾ ਜਿੱਥੇ ਪਦਵੀਆਂ ਉੱਚੀਆਂ ਲੈ ਗਏ ਸ਼ੋਹਰਤਾਂ ਸਸਤੀਆਂ ਵਾਲੇ। ਜੇ ਅਸੀਂ ਉੱਚੀਆਂ ਪਦਵੀਆਂ ਤੇ ਸਸਤੀਆਂ ਸ਼ੋਹਰਤਾਂ ਵਾਲੇ ਨੂੰ ਬਿਠਾ ਦਾਂਗੇ ਨਾ, ਤੇ ਫਿਰ ਸਾਡਾ ਰਾਜ ਨਹੀਂ ਹੋਣਾ। ਫਿਰ ਤਾਂ ਉਹੀ, ਜਿਹਨੂੰ ਪੰਜਾਬੀ 'ਚ ਕਹਿੰਦੇ, ਉਹੀ ਕੁੱਤੇ ਖਾਣੀ ਹੋਣੀ ਹੈ। ਆਪਾਂ ਤਾਂ ਹੀ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਮਕਸਦ ਡਾਕਟਰ ਸਾਹਿਬ, ਮੈਂ ਚਾਹੂੰਗਾ ਕਿ ਸਾਡੇ ਕੁਝ ਭਰਾ ਇਹੋ ਜਿਹੇ ਵੀ ਹੈਗੇ ਆ ਜਿਨ੍ਹਾਂ ਨੇ ਰਾਤ ਸਾਈਆਂ ਵਧਾਈਆਂ ਕਈ ਤਰੀਕਿਆਂ ਦੀਆਂ ਲਾ ਲਈਆਂ ਹੋਣੀਆਂ। ਚਲੋ ਕੁਝ ਦੀਆਂ ਲੋੜਾਂ ਵੀ ਹੁੰਦੀਆਂ, ਕੁਝ ਦੀਆਂ ਮਜਬੂਰੀਆਂ ਵੀ ਹੁੰਦੀਆਂ, ਤੇ ਕੁਝ ਸਵਾਦ ਲੈਣ ਲਈ ਵੀ ਰਾਤ ਬੜਾ ਕੁਝ ਕਰ ਗਏ ਹੋਣੇ ਆ। ਡਾਕਟਰ ਸਾਹਿਬ, ਕੀ ਲੱਗਦਾ ਹੈ ਕਿ ਉਹ ਲੋਕਾਂ ਨੂੰ ਭੁੱਲ ਭੁਲਾ ਕੇ ਕਿਹੋ ਜਿਹੀ ਸੋਚ ਸਮਝ ਵਰਤ ਕੇ ਸਰਕਾਰ ਚੁਣਨੀ ਚਾਹੀਦੀ ਹੈ, ਨੁਮਾਇੰਦੇ ਚੁਣਨੇ ਚਾਹੀਦੇ ਆ, ਤਾਂ ਜੋ ਅਗਲੀਆਂ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਾਂ ਸਦੀਆਂ, ਜਾਂ ਆਪਾਂ ਦਿਨ ਕਹਿ ਲਈਏ, ਆਉਣ ਵਾਲੇ ਸਾਲ ਕਹਿ ਲਈਏ,
ਉਹ ਸਾਡੇ ਸੌਖੇ ਲੰਘ ਸਕਣ, ਅਸੀਂ ਉਹਨਾਂ ਨੂੰ ਕੋਸਣ ਦੀ ਬਜਾਏ ਅੱਜ ਹੀ ਇਹੋ ਜਿਹਾ ਉਦਮ ਕਰ ਲਈਏ ਜਿਹਦੇ ਕਰਕੇ ਸਾਨੀਆਂ ਸਾਡੇ ਜਿਹੜੇ ਆਉਣ ਵਾਲੇ ਦਿਨ ਨੇ ਸੌਖੇ ਤੇ ਸੁਖਾਲੇ ਨਿਕਲ ਜਾਣ। ਵੇਖੋ ਜੀ, ਜਿਹੜੇ ਤੁਸੀਂ ਇਹ ਗੱਲ ਕਰ ਰਹੇ ਹੋ ਨਾ, ਕਈਆਂ ਨੇ ਸਾਈਆਂ ਵਧਾਈਆਂ ਲਾ ਲਈਆਂ ਹੋਣੀਆਂ, ਕਿਤੇ ਕੋਈ ਦਾਰੂ ਪਿਆਲਾ ਜਾਂ ਕਿਤੇ ਕੋਈ ਹੋ ਸਕਦਾ ਕੋਈ ਪੈਸੇ ਧੇਲੇ ਦਾ ਲੈਣ ਦੇਣ, ਤਾਂ ਮੈਂ ਇਹਨੂੰ ਬਹੁਤ ਵੱਡੇ ਤੌਰ ਤੇ ਨਹੀਂ ਦੇਖਦਾ, ਕਿਉਂਕਿ ਮੈਨੂੰ ਪੰਜਾਬ ਦੇ ਉੱਪਰ ਤੇ ਪੰਜਾਬੀਆਂ ਦੇ ਉੱਪਰ ਨਾ ਬੜਾ ਮਾਣ ਆ। ਇਹੋ ਜਿਹੇ ਇਨਸੀਡੈਂਟ ਜਾਂ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ, ਜਿਹੋ ਜਿਹੇ ਰੁਝਾਨ ਹੋਣਗੇ, ਪਰ ਇਹ ਰੁਝਾਨ ਇੰਨੇ ਵੱਡੇ ਕਦੀ ਵੀ ਨਹੀਂ ਰਹੇ ਕਿ ਇਹ ਰਾਜਨੀਤੀ ਨੂੰ ਬਦਲਣ ਜਾਂ ਰਾਜਨੀਤੀ ਦੇ ਵਿੱਚ ਬੜਾ ਵੱਡਾ ਪ੍ਰਭਾਵ ਪਾ ਸਕਦੇ ਹੋਣ। ਪਹਿਲੀ ਬੇਨਤੀ ਤਾਂ ਮੇਰੀ ਇਹ, ਕਿਉਂ ਜੀ, ਪੰਜਾਬ ਦੀ ਪਰਿਭਾਸ਼ਾ ਹੀ ਕੀ ਹੈ? ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਂਦਾ ਗੁਰੂਆਂ ਦੇ ਨਾਂ ਤੇ। ਇਹ ਪੰਜਾਬ ਤਾਂ ਗੁਰੂਆਂ ਦੇ ਨਾਂ ਤੇ ਜਿਉਂਦਾ ਹਨਾ ਜੀ। ਹੁੰਦਾ ਕੀ ਆਪਾਂ ਕਈ ਵਾਰੀ ਭੁੱਲ ਜਾਂਦੇ ਆ ਹਨਾ ਜੀ, ਆਪਾਂ ਭੁੱਲ ਜਾਂਦੇ ਆ ਵੋਟ ਪਾਉਣ ਲੱਗਿਆ ਜਾਂ ਆਪਦੇ ਆਪ ਨੂੰ ਨਾ ਸਸਤਾ ਵੇਚਣ ਦੀ, ਸਾਨੂੰ ਕਈ ਵਾਰੀ ਅਸੀਂ ਉਸ ਦੌੜ 'ਚ ਪੈ ਜਾਂਦੇ ਆ। ਮੈਂ ਉਹਨਾਂ ਵੋਟਰਾਂ ਨੂੰ ਖਾਸ ਤੌਰ ਤੇ, ਉਹਨਾਂ ਭਰਾਵਾਂ ਨੂੰ, ਉਹਨਾਂ ਪੁੱਤਾਂ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਕਿ ਇਹੋ ਜੀ ਚੀਜ਼ ਦੇ ਵਿੱਚ ਗਲਤਾਨ ਜੇ ਹੋ ਵੀ ਚੁੱਕੇ ਹੋ, ਜਾਂ ਹੁਣ ਤੜਕੇ ਅੱਜ ਜਿਹੜਾ ਸਮਾਂ ਹੁਣ ਜਦੋਂ ਤੁਸੀਂ ਸੁਣੋਗੇ, ਜੇ ਹੋ ਵੀ ਚੁੱਕੇ ਉਸ ਤੋਂ ਪਹਿਲਾਂ ਜਾਂ ਹੁਣ ਵੀ ਕਿਤੇ ਗਲਤਾਨ ਹੋਣ ਜਾ ਰਹੇ ਹੋ, ਤਾਂ ਇੱਕ ਚੀਜ਼ ਯਾਦ ਰੱਖਿਓ, ਤੁਸੀਂ ਉਸ ਪੰਜਾਬ ਦੇ ਵਾਰਿਸ ਹੋ ਜਿਨਨੇ ਸਾਰੀ ਦੁਨੀਆ ਦਾ ਜੇਤੂ ਸਿਕੰਦਰ ਵੀ ਹਰਾਇਆ ਸੀ। ਬਿਲਕੁਲ ਤੁਸੀਂ ਉਸ ਪੰਜਾਬ ਦੇ ਵਾਰਿਸ ਹੋ ਜਿਨਨੇ ਬਾਬਰ ਨੂੰ ਜਾਬਰ ਕਹਿ ਕੇ ਮੂੰਹ ਤੇ ਭੰਡਿਆ ਸੀ। ਤੁਸੀਂ ਉਸ ਪੰਜਾਬ ਦੇ ਵਾਰਿਸ ਹੋ ਜਿਨਨੇ ਲੋਕਾਂ ਦੀਆਂ, ਰਾਜਿਆਂ ਦੀਆਂ ਧੀਆਂ ਦੇ ਡੋਲੇ ਮੰਗਣ ਵਾਲਿਆਂ ਨੂੰ ਜ਼ਫਰਨਾਮਾ ਲਿਖ ਮਾਰਿਆ ਸੀ ਇਸ ਪੰਜਾਬ ਨੇ। ਤੁਸੀਂ ਉਸ ਪੰਜਾਬ ਦੇ ਵਾਰਿਸ ਹੋ ਜਿਨਨੇ ਫਰੰਗੀ ਨੂੰ ਉਹਦੇ ਘਰ ਜਾ ਕੇ ਉਹਦੀ ਹਿੱਕ 'ਚ ਗੋਲੀ ਮਾਰੀ ਸੀ। ਤੁਸੀਂ ਉਸ ਪੰਜਾਬ ਦੇ ਵਾਰਿਸ ਹੋ ਤੇ ਜਿਨਨੇ ਫਾਂਸੀ ਲੱਗਣ ਤੋਂ ਪਹਿਲਾਂ ਗਾਇਆ ਸੀ ਨਾ, ਮੈਂ ਮੇਰਾ ਰੰਗ ਦੇ ਬਸੰਤੀ ਚੋਲਾ। ਤੁਸੀਂ ਉਸ ਪੰਜਾਬ ਦੇ ਵਾਰਿਸ ਹੋ। ਬਿਲਕੁਲ ਬਿਲਕੁਲ ਉਸ ਪੰਜਾਬ ਦੇ ਵਾਰਿਸ, ਉਸ ਪੰਜਾਬ ਦੇ ਪੁੱਤ ਹੋ ਕੇ ਜਾਇਆ ਜੇ ਵੋਟ ਪਾਉਣ। ਮੈਂ ਮਤਲਬ ਆਪਾਂ ਜੇ ਮੈਂ ਪੰਜਾਬੀ 'ਚ ਮੈਂ ਕਹਾਂ ਨਾ ਵੀ ਮਿਹਨਤ ਵਾਲੀ ਗੱਲ ਹੀ ਆ, ਜਿਹੜੀਆਂ ਡਾਕਟਰ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਨੇ, ਇਹ ਜਿਹੜੀਆਂ ਪੂਰੀਆਂ ਧਿਆਨ 'ਚ ਰੱਖਿਓ। ਤੁਸੀਂ ਉਹ ਵੈਰੋਵਾਲ ਦੀ ਭੂਮੀ ਦੇ ਲੋਕ ਜਿਹੜੇ ਸਿਕੰਦਰ ਨੂੰ ਹਰਾਉਣ ਦੇ ਲਈ ਅੱਗੇ ਆਏ ਕਿ ਤੈਨੂੰ ਮਾਂ ਪੰਜਾਬੋ ਤੇ ਪੈਰ ਨਹੀਂ ਰੱਖਣ ਦੇਣਾ, ਉਹਨਾਂ ਦੀ ਸਹੁੰ ਆ ਤੁਹਾਨੂੰ ਜਿਨ੍ਹਾਂ ਨੇ ਬਾਬਰ ਦੇ ਜ਼ੁਲਮ ਨੂੰ, ਜਿਹੜੇ ਬਾਬੇ ਨੇ ਜਾਬਰ ਕਿਹਾ, ਤੁਸੀਂ ਸਹੁੰ ਆ ਤੁਹਾਨੂੰ ਉਸ ਬਾਬੇ ਦੀ। ਜੇ ਤੁਸੀਂ ਸੌਦਾ ਕਰੋ ਆਪਦੀ ਵੋਟ ਦਾ, ਮੈਂ ਤਾਂ ਸਹੁੰ ਪਾ ਰਿਹਾ ਤੁਹਾਨੂੰ, ਤੁਹਾਡਾ ਪੁੱਤ ਆ, ਤੁਹਾਡਾ ਭਰਾ ਵੀ ਆ, ਕਿਸੇ ਦੇ ਚਾਚਿਆਂ ਤਾਇਆਂ ਦੀ ਥਾਂ ਤੇ ਵੀ ਹੋਊਗਾ ਹਨਾ, ਤਾਂ ਮੈਂ ਉਹ ਬਣ ਕੇ ਮੈਂ ਤਾਂ ਤੁਹਾਨੂੰ ਸਹੁੰ ਪਾ ਰਿਹਾ ਉਹਨਾਂ ਸਾਰਿਆਂ ਦੀ, ਜਿਹੜੇ ਮੌਤ ਨੂੰ ਤੋਂ ਪਹਿਲਾਂ ਇਹ ਕਹਿ ਦਿੰਦੇ ਸੀ ਕਿ ਮੇਰਾ ਰੰਗ ਦੇ ਬਸੰਤੀ ਚੋਲਾ, ਅਸੂਲਾਂ ਤੋਂ ਨਹੀਂ ਡੋਲਣਾ। ਮੈਂ ਤੁਹਾਨੂੰ ਉਹਦੀ ਵੀ ਸਹੁੰ ਪਾ ਰਿਹਾ। ਤੁਹਾਨੂੰ ਤਰਲਾ, ਤੁਹਾਨੂੰ ਵਾਸਤਾ, ਉਸ ਪੰਜਾਬ ਦੇ ਵਾਰਿਸ ਹੋ ਕੇ ਉਸ ਪੰਜਾਬ ਨੂੰ, ਉਹਨਾਂ ਇਸ਼ਟਾਂ ਨੂੰ, ਉਹਨਾਂ ਸੂਰਮਿਆਂ ਨੂੰ, ਉਹਨਾਂ ਗੁਰੂਆਂ ਨੂੰ, ਪੀਰਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਫੇਰ ਵੋਟ ਪਾਇਆ ਜੇ, ਫਿਰ ਤੁਹਾਡੀ ਵੋਟ ਆਪਣੇ ਆਪ ਹੀ ਸਹੀ ਜਾਏਗੀ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਮੈਂ ਉਹੀ ਗੱਲ ਕਰਨ ਲੱਗਿਆ ਸੀਗਾ ਕਿ ਇਹੋ ਜਿਹੇ ਲੋਕਾਂ ਨੂੰ ਫਿਰ ਹੱਕ ਹੈ ਕੱਲ ਨੂੰ ਕੋਸਣ ਦਾ ਕਿ ਭਾਈ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀ ਮੰਗਣ ਗਿਆ ਨੂੰ ਜੂਤ ਪਤਾਣ ਕਰਦੇ ਆ, ਛਿੱਤਰ ਪਰੇਡ ਕਰਦੇ ਆ, ਸਾਨੂੰ ਦਿੰਦੇ ਕੱਖ ਨਹੀਂ, ਸਾਡੀ ਗਲੀ ਨਹੀਂ ਬਣੀ, ਸਾਡੀ ਨਾਲੀ ਨਹੀਂ ਬਣੀ। ਜਿਹੜੇ ਲੋਕ ਜਿਵੇਂ ਤੁਸੀਂ ਦੱਸਿਆ ਗੁਲਤਾਨ ਹੋਣ ਦੀ ਗੱਲ, ਰਾਤ ਜਿਨ੍ਹਾਂ ਨੇ ਸਾਈਆਂ ਵਧਾਈਆਂ ਲਾਈਆਂ, ਤੇ ਜੇ ਉਸ ਸਾਈ ਵਧਾਈ ਦੇ ਮੁਤਾਬਕ ਹੀ ਵੋਟਾਂ ਪਾਈਆਂ, ਤਾਂ ਫਿਰ ਉਹਨਾਂ ਲੋਕਾਂ ਨੂੰ ਹੱਕ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਛਿੱਤਰ ਖਾਣ ਤੋਂ ਬਾਅਦ ਤੇ ਇਹਨਾਂ ਨੂੰ ਕੋਸਣ ਦਾ। ਮੇਰੀ ਬਾਈ ਇੱਕ ਬੇਨਤੀ ਜੀ, ਮੇਰੀ ਬੇਨਤੀ ਇਹ ਆ ਕਿ ਜਿਹੜੇ ਲੋਕ ਇਸ ਨਕਾਰਾਤਮਕ ਰੁਝਾਨ ਦੇ ਵਿੱਚ ਗਲਤਾਨ ਵੀ ਹੋਣਗੇ, ਉਹਨਾਂ ਨੂੰ ਅਸੀਂ ਸ਼ਰਾਰਤੀ ਅਨਸਰ ਨਹੀਂ ਕਹਿ ਸਕਦੇ। ਮੇਰੀ ਬੇਨਤੀ ਹੈ, ਉਹਨਾਂ ਨੂੰ ਅਸੀਂ ਸਵਾਰਥੀ ਵੀ ਨਹੀਂ ਕਹਿ ਸਕਦੇ। ਉਹ ਤਾਂ ਪੀੜਤ ਨੇ, ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ, ਉਹ ਵੀ ਪੀੜਤ ਨੇ। ਉਹ ਰਾਜਨੀਤੀ ਤੋਂ, ਮੇਰੇ ਕਹਿਣ ਦਾ ਭਾਵ ਇਹ ਸੀ, ਇੰਨੀ ਕੁ ਵੱਧ ਚੁੱਕੀ ਹੈ, ਉਹਨਾਂ ਨੂੰ ਲੱਗਦਾ ਹੈ ਕਿ ਨਾ ਸਾਨੂੰ ਰਾਜਨੀਤਿਕਾਂ ਨੇ ਤੇ ਰਾਜਨੀਤੀ ਨੇ ਨਾ ਸਾਨੂੰ ਕੁਝ ਦਿੱਤਾ, ਨਾ ਸਾਨੂੰ ਕੁਝ ਦੇਣਾ। ਜੋ ਕੁਝ ਵਟਿਆ ਖੱਟਿਆ ਜਾਂਦਾ, ਚਲੋ ਇੰਨਾ ਹੀ ਸਹੀ, ਜਾਂਦੇ ਚੋਰ ਦੀ ਲੰਗੋਟੀ ਸਹੀ, ਉਹ ਤਾਂ ਜਾਂਦੇ ਚੋਰ ਦੀ ਲੰਗੋਟੀ ਸਹੀ ਸਮਝ ਕੇ ਸੌਦਾ ਕਰਦੇ ਨੇ। ਠੀਕ ਹੈ ਡਾਕਟਰ ਸਾਹਿਬ, ਜੇ ਮੈਂ ਪਿੰਡਾਂ ਵਾਲੀ ਗੱਲ ਕਰ ਲਿਆ, ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇਹ ਤੁਹਾਡੀ ਗੱਲ ਠੀਕ ਹੈ। ਆਮ ਲੋਕਾਂ ਦੇ ਵਿੱਚ ਇਹ ਕੁਝ ਦੇਖਿਆ ਵੀ ਜਾਂਦਾ, ਅਗਲਾ ਕਹਿੰਦਾ ਯਾਰ ਇਹਨਾਂ ਨੇ ਦੇਣਾ ਦੂਣਾ ਕੱਖ ਨਹੀਂ, ਹੋਣ ਜਿਹੜਾ ਕੁਝ ਦਿੰਦੇ ਆ ਲੈ ਲਓ। ਅਸੀਂ ਤਾਂ ਕਹਿੰਦੇ ਆ ਪਿੰਡਾਂ ਵਾਲੀ, ਜੇ ਮੈਂ ਗੱਲ ਕਰਾਂ ਡਾਕਟਰ ਸਾਹਿਬ, ਕਿਉਂਕਿ ਸਿੱਧੀ ਪੱਧਰੀਆਂ ਗੱਲਾਂ ਹੀ ਆ, ਆਪਣੇ ਚੈਨਲ ਵਾਲੀ ਕੋਈ ਗੱਲ ਨਹੀਂ, ਜਿਵੇਂ ਆਪਾਂ ਆਮ ਗੱਲਬਾਤ ਕਰਦੇ ਹਾਂ ਉਵੇਂ ਹੀ ਗੱਲਾਂ ਬਾਤਾਂ। ਚਲੋ ਜੇ ਦਿੰਦੇ ਵੀ ਆ ਤਾਂ ਲੈ ਹੀ ਲਓ, ਪਰ ਵੋਟ ਪਾਉਣ ਲੱਗੇ ਤਾਂ ਸੋਚ ਲਓ ਕਿਹੜਾ ਚੰਗਾ ਕਿਹੜਾ ਮਾੜਾ।
ਇਹ ਤਾਂ ਠੀਕ ਆ ਨਾ, ਜ਼ਰੂਰੀ ਤਾਂ ਨਹੀਂ ਤੁਹਾਡੇ ਉੱਪਰ ਕਿਸੇ ਨੇ ਕੈਮਰਾ ਤਾਂ ਨਹੀਂ ਲਾਤਾ, ਕਿਸੇ ਨੇ ਤਲਵਾਰ ਤਾਂ ਨਹੀਂ ਰੱਖ ਲਈ, ਜੀ ਤੋਂ ਲੈ ਲਈ ਲੈ ਲਿਆ, ਪਰ ਫਿਰ ਵੀ ਸੋਚ ਲਓ ਇੱਕ ਵਾਰੀ ਲੈਣ ਤੋਂ ਬਾਅਦ ਵੀ ਭਾਈ ਕਿਹੜਾ ਸਹੀ ਆ ਕਿਹੜਾ ਚੰਗਾ। ਬੇਸ਼ੱਕ ਪਿਛਲੇ ਸਮੇਂ 'ਚ ਜਿਹੜੀਆਂ ਗਲਤੀਆਂ ਹੋ ਗਈਆਂ ਇਹਨਾਂ ਨੂੰ ਚੁਣ ਕੇ ਜਾਂ ਕਿਸੇ ਨੂੰ ਵੀ ਚੁਣ ਕੇ ਜਾਂ ਦੁਬਾਰਾ ਵੀ ਕਿਸੇ ਨੂੰ ਚੁਣਨਾ ਤਾਂ ਸੋਚ ਸਮਝ ਕੇ ਚੁਣਨਾ ਇੱਕ ਵਾਰੀ। ਵੇਖੋ, ਜਿਹੜਾ ਤੁਹਾਡੇ ਕੋਲ ਦਾਰੂ ਦੀ ਪੇਸ਼ਕਸ਼ ਲੈ ਕੇ ਆਉਂਦਾ, ਪੈਸੇ ਦੀ ਪੇਸ਼ਕਸ਼ ਲੈ ਕੇ ਆਉਂਦਾ, ਉਹ ਠੱਗ ਹੈ, ਉਹ ਚੋਰ ਹੈ, ਤੇ ਠੱਗ ਨੂੰ ਠੱਗਣਾ ਕੋਈ ਠੱਗੀ ਨਹੀਂ। ਮੇਰੀ ਤਾਂ ਇਹ ਵੀ ਬੇਨਤੀ ਹੈ ਹਨਾ ਜੀ, ਜਿਹੜਾ ਇਸ ਚੀਜ਼ 'ਚ ਵਰਗਲਾਉਂਦਾ, ਆਪਣੇ ਆਪ ਨੂੰ ਆਗੂ ਕਹਿ ਕੇ ਵਰਗਲਾਉਂਦਾ, ਲਾਹਨਤ ਉਹਦੇ ਤੇ ਹੈ, ਸ਼ਰਮ ਉਹਨੂੰ ਹੈ। ਕਿਸੇ ਦੀ ਦੇਖੋ, ਕਿਸੇ ਦੀ ਕੋਈ ਆਰਥਿਕ ਕਮਜ਼ੋਰੀ ਦਾ ਫਾਇਦਾ ਉਠਾ ਕੇ ਹਨਾ ਉਹਨੂੰ ਛਲਣਾ, ਉਹ ਤਾਂ ਛਲਿਆ ਜਾਏਗਾ, ਉਹਦੀਆਂ ਮਜਬੂਰੀਆਂ ਬੜੀਆਂ ਹੋਣੀਆਂ, ਉਹਨੂੰ ਪਤਾ ਨਹੀਂ 4 ਦਿਨ ਤੋਂ ਦਿਹਾੜੀ ਨਹੀਂ ਲੱਗੀ ਹੋਣੀ, ਕਿਸੇ ਨੂੰ ਕਿਸੇ ਦੇ ਘਰੇ ਕੋਈ ਹੋਰ ਮਸਲਾ ਹੋਣਾ, ਉਹ ਗਿਣਤੀਆਂ ਮਿੰਤੀਆਂ 'ਚ ਪੈ ਸਕਦਾ। ਮੇਰੇ ਖਿਆਲ ਨਾਲ ਲਾਹਨਤ ਉਸ ਤੇ ਆ ਜਿਹੜਾ ਇਹ ਪੇਸ਼ਕਸ਼ ਕਰਦਾ ਹਨਾ। ਸਾਡੇ ਹੁਣ ਸਮੱਸਿਆ ਪਤਾ ਕਿਉਂ ਹੈ ਸੁਖਵਿੰਦਰ, ਜਿਹੜੀ ਮੇਰੀ ਬੇਨਤੀ ਹੈ, ਅਸੀਂ ਲੋਕਤੰਤਰ ਦੇ ਵਿੱਚ, ਅਸੀਂ ਲੋਕ ਜਿਹੜੇ ਆ ਨਾ, ਅਸੀਂ ਰਾਜੇ ਹੁੰਦੇ ਆ, ਅਸੀਂ ਅਜੇ ਤੱਕ ਉਹ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਰਾਜਿਆਂ ਵਾਂਗੂ ਮਹਿਸੂਸ ਹੀ ਨਹੀਂ ਕਰਾ ਸਕੇ। ਅਸੀਂ ਅਜੇ ਵੀ ਇਹ ਮੰਨ ਕੇ ਚੱਲਦੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਤਨਖਾਹ ਤੇ ਰੱਖਿਆ ਹੋਇਆ, ਇੱਕ ਪੈਕੇਜ ਤੇ ਰੱਖਿਆ ਹੋਇਆ, ਇੱਕ ਖਾਸ ਮਿਸ਼ਨ ਤੇ ਖਾਸ ਸਮੇਂ ਲਈ ਰੱਖਿਆ ਹੋਇਆ, ਉਹ ਰਾਜੇ ਨੇ। ਨਹੀਂ ਜੀ, ਅਸੀਂ ਰਾਜੇ ਹਾਂ, ਉਹ ਸਾਡੇ ਕਰਿੰਦੇ ਨੇ, ਸਾਡੇ ਮੁਲਾਜ਼ਮ ਨੇ। ਇੱਥੇ ਉਲਟ ਹੋ ਗਿਆ ਹਨਾ, ਜਿਹੜਾ ਰਾਜਾ ਹੈ ਉਹ ਆਪਣੇ ਆਪ ਨੂੰ ਗੁਲਾਮ ਸਮਝ ਰਿਹਾ, ਜਿਹੜਾ ਉਹਦਾ ਤਾਬਿਆਦਾਰ ਹੋਣਾ ਚਾਹੀਦਾ ਸੀ ਉਹ ਰਾਜਾ ਬਣ ਗਿਆ। ਰਾਜੇ ਦੇ ਘਰ ਦੀਵਾ ਹੈ ਨਹੀਂ ਤੇ ਸੇਵਕ ਦੇ ਘਰ ਲਾਟੂ, ਪਰ ਇੰਨੀ ਗੱਲ ਸੇਵਕ ਤਾਈ, ਸੇਵਕ ਸਾਡੇ ਲੀਡਰ, ਸਾਡੇ ਬਿਊਰੋਕਰੇਟ, ਰਾਜੇ ਦੇ ਘਰ ਦੀਵਾ ਹੈ ਨਹੀਂ, ਸੇਵਕ ਦੇ ਘਰ ਲਾਟੂ, ਪਰ ਇੰਨੀ ਗੱਲ ਸੇਵਕ ਤਾਈ ਕਿਹੜਾ ਜਾ ਕੇ ਆਖੂ, ਕਾਲੇ ਸ਼ੀਸ਼ੇ, ਚਿੱਟੀਆਂ ਗੱਡੀਆਂ, ਘਰ ਨੂੰ ਕੰਧਾਂ ਕਰ ਲੀਆਂ ਵੱਡੀਆਂ, ਤੇ ਰਾਜਾ ਚੁੱਕ ਚੁੱਕ ਵੇਂਦਾ ਅੱਡੀਆਂ। ਅਸੀਂ ਰਾਜੇ ਆਪਦੇ ਮੁਲਾਜ਼ਮਾਂ ਨੂੰ ਦੇ ਘਰਾਂ ਨੂੰ ਅੱਡੀਆਂ ਚੁੱਕ ਚੁੱਕ ਕੇ ਵੇਖਦੇ ਆ, ਉਹਨਾਂ ਦੀਆਂ ਬੱਤੀਆਂ ਵਾਲੀਆਂ ਗੱਡੀਆਂ ਸਾਡੇ ਕੋਲ ਲੰਘ ਜਾਂਦੀਆਂ, ਅਸੀਂ ਰਾਜਿਆਂ ਵਾਲੀ ਫੀਲਿੰਗ ਲੈਂਦੇ ਹੀ ਨਹੀਂ। ਮੈਂ ਇਹ ਚੀਜ਼ ਕਿਉਂ ਕਹਿ ਰਿਹਾ, ਵੋਟ ਪਾਉਣ ਲੱਗਿਆ ਤਾਬਿਆਦਾਰ ਬਣ ਕੇ ਵੋਟ ਨਹੀਂ ਪਾਉਣੀ, ਕਿਸੇ ਦੇ ਮੁਤਾਹਿਤ ਆਪਣੇ ਆਪ ਨੂੰ ਮੰਨ ਕੇ ਵੋਟ ਨਹੀਂ ਪਾਉਣੀ, ਰਾਜਾ ਬਣ ਕੇ ਵੋਟ ਪਾਉਣੀ ਹੈ, ਕਿਉਂਕਿ ਆਪਾਂ ਰਾਜੇ ਹਾਂ, ਯਾਦ ਰੱਖਿਆ ਜੀ। ਬਿਲਕੁਲ 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 ਦੋਸਤੋ, ਮੈਂ ਉਹੀ ਗੱਲ ਤੇ ਪਾਸੇ ਆ ਰਿਹਾ ਸੀਗਾ ਕਿ ਇਹੋ ਜਿਹੇ ਲੋਕਾਂ ਨੂੰ ਫਿਰ ਕੱਲ ਨੂੰ ਗਿਲਾ ਸ਼ਿਕਵਾ ਰਾਜੇ ਬਣਾ ਰਿਹਾ, ਅਸੀਂ ਰਾਜੇ ਬਣਨਾ। ਬਿਲਕੁਲ, ਮੈਂ ਉਹੀ ਗੱਲ ਪੁੱਛਣ ਲੱਗਿਆ ਸੀ ਵੀ ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਫਿਰ ਵੀ ਜੇ ਕਰਦੇ ਨੇ, ਡਾਕਟਰ ਸਾਹਿਬ ਕੀ ਲੱਗਦਾ ਕਿ ਇਹੋ ਜਿਹੇ ਲੋਕਾਂ ਨੂੰ ਫਿਰ ਆਉਣ ਵਾਲੇ 5 ਸਾਲਾਂ ਦੇ ਵਿੱਚ ਕਿਸੇ ਲੀਡਰ ਨੂੰ, ਕਿਸੇ ਸਰਕਾਰ ਨੂੰ ਕੋਸਣ ਦਾ ਹੱਕ ਹੈ ਜੇ ਅੱਜ ਇਹ ਚੀਜ਼ਾਂ ਕਰਦੇ ਨੇ? ਉਹ ਐਲੀਜੀਬਲ ਹੀ ਨਹੀਂ ਹੈਗੇ, ਉਹ ਯੋਗ ਹੀ ਨਹੀਂ ਹੈਗੇ। ਉਹਨਾਂ ਨੇ ਆਪਣੇ ਆਪ ਨੂੰ ਡਿਸਕੁਆਲੀਫਾਈ ਕਰ ਲਿਆ, ਉਹਨਾਂ ਨੇ ਆਪਣੇ ਆਪ ਨੂੰ ਕਰ ਲਿਆ ਨਾ ਕਿ ਤੂੰ ਭਾਈ, ਤੇਰੇ ਨਾਲ ਮੈਂ ਸੌਦਾ ਕਰ ਲਿਆ, ਆਉਣ ਵਾਲੇ 5 ਸਾਲਾਂ 'ਚ ਤੂੰ ਮੈਨੂੰ ਜਿੰਨਾ ਮਰਜ਼ੀ ਕੁੱਟ ਲਈ, ਅੱਜ ਤੂੰ ਮੈਨੂੰ ਬੋਤਲ ਦੇ ਦੇ, ਅੱਜ ਤੂੰ ਮੈਨੂੰ ਆਹ ਦੇ ਦੇ, ਅੱਜ ਤੂੰ ਮੈਨੂੰ ਆਹ ਦੇ ਦੇ, ਕੱਲ ਨੂੰ ਆਉਣ ਵਾਲੇ 5 ਸਾਲਾਂ ਜਿੰਨੇ ਮਰਜ਼ੀ ਮੇਰੇ ਛਿੱਤਰ ਮਾਰੀ। ਮੈਂ ਇਹ ਕਹਿਣਾ ਜੀ ਕਿ ਜਿਹੜੇ ਇਸ ਚੀਜ਼ 'ਚ ਗਲਤਾਨ ਵੀ ਨੇ, ਉਹ ਤਾਂ ਉਸ ਧਿਰ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਜਿਹਨੂੰ ਕਿ ਦੋਸ਼ੀ ਠਹਿਰਾਇਆ ਜਾਏਗਾ। ਜੇ ਕਿਸੇ ਗਲਤ ਦਾ, ਕਿਸੇ ਦੋਸ਼ੀ ਦਾ, ਕਿਸੇ ਸਵਾਰਥੀ ਦਾ ਉਹ ਪੱਖ ਲੈਂਦੇ ਨੇ, ਉਹਨੂੰ ਵੋਟ ਪਾਉਂਦੇ ਨੇ, ਤਾਂ ਉਹ ਦੋਸ਼ ਦੇ ਵਿੱਚ ਸ਼ਾਮਲ ਮੰਨੇ ਜਾਣਗੇ। ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਉਹਨਾਂ ਦੇ ਆਂਢੀਆਂ ਗਵਾਂਢੀਆਂ ਨੂੰ ਉਹਨਾਂ ਦੇ ਖਿਲਾਫ ਝੰਡਾ ਚੁੱਕਣਾ ਚਾਹੀਦਾ ਕਿ ਤੁਸੀਂ ਸਾਡੇ ਸਮਾਜ ਦੇ ਦੋਸ਼ੀ ਹੋ। ਜੇ ਕੋਈ ਸ਼ਰਾਬ ਲੈ ਕੇ ਵੋਟ ਪਾਉਂਦਾ, ਜੇ ਕੋਈ ਪੈਸਾ ਲੈ ਕੇ ਵੋਟ ਪਾਉਂਦਾ, ਉਹਨਾਂ ਦੇ ਬੱਚਿਆਂ ਨੂੰ ਕਹਿਣਾ ਚਾਹੀਦਾ ਕਿ ਪਿਤਾ ਜੀ ਲਾਹਨਤ ਆ, ਚਾਚਾ ਤਾਇਆ ਮਾਮਾ ਲਾਹਨਤ ਆ, ਐਡਾ ਸਸਤਾ ਤੂੰ ਸਾਨੂੰ ਤੇ ਆਪਦੇ ਆਪ ਨੂੰ ਵੇਚ ਆਇਆ। ਨਹੀਂ ਵੇਚਣਾ ਸੀ, ਅਸੀਂ ਰਾਜੇ ਹਾਂ। ਕਿਹੜੀਆਂ ਗੱਲਾਂ ਕਦੀ ਕੋਈ ਰਾਜ ਵੀ ਵੇਚਦਾ ਹੁੰਦਾ, ਰਾਜ ਤਾਂ ਲੱਖੀ ਕਰੋੜੀ ਨਹੀਂ ਵੇਚਦੇ ਲੋਕ। ਬਿਲਕੁਲ ਬਿਲਕੁਲ ਗੱਲ ਠੀਕ ਤੁਹਾਡੀ। ਸਿਕੰਦਰ ਤੋਂ ਹਾਰ ਗਿਆ। ਮੈਂ ਤੁਹਾਨੂੰ ਵੋਟਰਾਂ ਨੂੰ ਬੇਨਤੀ ਕਰਾਂ ਹਨਾ, ਮੈਂ 4 ਅੱਖਰ ਪੜਿਆ, ਤੁਸੀਂ ਉਹ ਤਾਂ ਮੇਰੇ ਤੋਂ ਵੱਧ ਸਿਆਣੇ ਹੋ। ਪੋਰਸ ਸਿਕੰਦਰ ਤੋਂ ਹਾਰ ਗਿਆ, ਉਹਨੂੰ ਪੇਸ਼ ਕੀਤਾ ਗਿਆ ਸਿਕੰਦਰ ਦੇ ਅੱਗੇ। ਵੇਖੋ ਰਾਜਾ ਕਿਵੇਂ ਸੋਚਦਾ। ਸਿਕੰਦਰ ਨੇ ਪੁੱਛਿਆ, ਪੋਰਸ ਤੂੰ ਹਾਰ ਚੁੱਕਿਆ, ਦੱਸ ਤੇਰਾ ਕੀ ਕਰੀਏ। ਉਹ ਕਹਿੰਦਾ ਤੂੰ ਉਵੇਂ ਕਰ ਜਿਵੇਂ ਇੱਕ ਜਿੱਤਿਆ ਹੋਇਆ ਰਾਜਾ ਹਾਰੇ ਹੋਏ ਰਾਜੇ ਨਾਲ ਕਰਦਾ। ਉਹ ਕਹਿੰਦਾ ਫਿਰ ਤਾਂ ਤੇਰੀ ਮੌਤ ਦੀ ਸਜ਼ਾ ਹੋਊਗੀ ਤੈਨੂੰ। ਉਹ ਕਹਿੰਦਾ ਮੈਂ ਰਾਜਾ, ਜਿਸ ਦਿਨ ਮੈਂ ਮੈਦਾਨੇ ਜੰਗ 'ਚ ਹਾਰ ਗਿਆ, ਮੈਂ ਉਸ ਦਿਨ ਤੋਂ ਹੀ ਆਪਦੇ ਲੋਕਾਂ ਤੋਂ ਹਾਰ ਗਿਆ। ਹੁਣ ਤਾਂ ਸਿਰਫ ਤੂੰ ਮੈਨੂੰ ਅਖੀਰੀ ਸਜ਼ਾ ਹੀ ਦੇਣੀ ਹੈ। ਹਾਰ ਤਾਂ ਮੇਰੀ ਰਾਜੇ ਦੇ ਤੌਰ ਤੇ ਹੋ ਚੁੱਕੀ ਹੈ, ਮੈਂ ਲੋਕਾਂ ਦੇ ਵਿੱਚ ਹਾਰਿਆ ਹੋਇਆ ਜਾਣਾ ਵੀ ਨਹੀਂ ਚਾਹੁੰਦਾ। ਇਹ ਹੁੰਦਾ ਰਾਜਾ। ਉਹ ਕਹਿੰਦਾ ਮੈਂ ਰਾਜਾ ਹੀ ਮਰਨਾ ਹੈ। ਜੇ ਮੈਂ ਤੇਰੇ ਤੋਂ ਭੀਖ ਮੰਗ ਗਿਆ ਨਾ, ਫਿਰ ਮੈਂ ਰਾਜਾ ਨਹੀਂ ਰਹਿਣਾ,
ਤੂੰ ਉਵੇਂ ਹੀ ਕਰ ਜਿਵੇਂ ਇੱਕ ਬਿਲਕੁਲ। ਜਿੱਤਿਆ ਰਾਜਾ ਹਾਰੇ ਰਾਜੇ ਨਾਲ ਕਰਦਾ। ਮੈਂ ਕਿਉਂ ਦੱਸ ਰਿਹਾ? ਹੂੰ ਪੋਰਸ ਹਾਰ ਕੇ ਵੀ ਆਪਦਾ ਰਾਜਾਪੁਣਾ ਨਹੀਂ ਛੱਡ ਰਿਹਾ। ਅਸੀਂ ਜਿੱਤ ਕੇ ਵੀ ਗੁਲਾਮ ਹੋਏ ਫਿਰਦੇ ਹਾਂ। ਸਾਨੂੰ ਸ਼ਰਮ ਚਾਹੀਦੀ ਹੈ। ਅਸੀਂ ਉਸ ਬਿਲਕੁਲ। ਪੋਰਸ ਦੇ ਵੀ ਵਾਰ। ਬਿਲਕੁਲ ਡਾਕਟਰ ਸਾਹਿਬ, ਇਹ ਇਤਿਹਾਸ ਵਾਲੀਆਂ ਗੱਲਾਂ ਤੁਸੀਂ ਦੱਸੀਆਂ ਕਿ ਭਾਈ ਤੁਸੀਂ ਉਹਦੇ ਵਾਰਸ ਹੋ, ਉਹਨਾਂ ਦੇ ਵਾਰਸ ਹੋ, ਮਹਾਨ ਸ਼ਖਸੀਅਤਾਂ ਦਾ ਤੁਸੀਂ ਨਾਮ ਲਏ ਹੋ, ਠੀਕ ਆ, ਇਹ ਗੱਲਾਂ ਵੀ ਧਿਆਨ 'ਚ। ਹੋਰ ਕਿਹੜੀਆਂ ਕਿਹੜੀਆਂ ਗੱਲਾਂ ਜਿਹੜੀਆਂ ਪ੍ਰੈਜ਼ੈਂਟ ਮੁੱਦੇ ਨੇ ਜਿਹੜੇ ਲੋਕਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ ਵੋਟ ਪਾਉਣ ਮੌਕੇ? ਜੀ ਜੀ ਮੈਂ ਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮੈਂ ਪੜ੍ਹਾਉਂਦਾ। ਉੱਥੇ ਸਾਡੀ ਯੂਨੀਵਰਸਿਟੀ ਨਾ, ਜਿਹੜੇ ਪੰਜਾਬ ਸਰਕਾਰ ਦੇ ਜ਼ਿਆਦਾਤਰ ਜਿਹੜੇ ਨੌਕਰੀ ਨਾਲ ਸੰਬੰਧਿਤ ਟੈਸਟ ਹੁੰਦੇ ਆ ਨਾ, ਉਹਦੀ ਜ਼ਿੰਮੇਵਾਰੀ ਸਾਡੀ ਯੂਨੀਵਰਸਿਟੀ ਨੂੰ ਕਈ ਵਾਰੀ ਮਿਲਦੀ ਹੈ। ਮੈਂ ਇਹ ਚੀਜ਼ ਤਾਂ ਕਹਿ ਰਿਹਾ, ਕਿਤੇ ਕੋਈ ਸੇਵਾਦਾਰ ਦਾ ਵੀ ਟੈਸਟ ਹੁੰਦਾ, ਸੇਵਾਦਾਰ ਦੀ ਭਰਤੀ ਦਾ ਵੀ, ਡਰਾਈਵਰ ਦੀ ਭਰਤੀ ਦਾ ਵੀ ਟੈਸਟ ਹੁੰਦਾ, ਠੀਕ ਜੀ। ਤਾਂ ਤੁਸੀਂ ਪਹਿਲਾਂ ਤਾਂ ਇੱਕ ਹੁੰਦਾ ਟੈਸਟ ਦੁਨੀਆਦਾਰੀ ਦਾ, ਆਪਦੇ ਲੀਡਰਾਂ ਤੇ ਟੈਸਟ ਤਾਂ ਲਾ ਕੇ ਵੇਖਿਓ ਵੀ ਦੁਨੀਆਦਾਰੀ 'ਚ ਪਾਸ ਕਿੰਨੇ ਕੁ ਨੇ। ਉਹ ਕਿੱਥੋਂ ਹੋਏਗਾ? ਪੁਰਾਣੇ ਲਾਰੇ, ਪੁਰਾਣੇ ਵਾਅਦੇ, ਪੁਰਾਣੇ ਜਕਾਰੇ, ਉਹ ਕਿੰਨੇ ਕੁ ਸਾਬਤ ਹੋਏ ਸੱਚ। ਫਿਰ ਮੋਟਾ ਜਿਹਾ ਇੱਕ ਉਹਨਾਂ ਦਾ ਟੈਸਟ ਕਿਹੜਾ ਲਾ ਲਿਓ ਕਿ ਤੁਹਾਡੀਆਂ ਕਣਕਾਂ ਤੇ ਤੁਹਾਡੀਆਂ ਅਣਖਾਂ ਨੂੰ ਕਿੰਨਾ ਕੁ ਬਚਾਇਆ, ਤੇ ਤੁਹਾਡੀਆਂ ਫਸਲਾਂ ਤੇ ਤੁਹਾਡੀਆਂ ਨਸਲਾਂ ਨੂੰ ਕਿੰਨਾ ਕੁ ਬਚਾਇਆ। ਇਹ ਉਹਨਾਂ ਦਾ ਵੱਡਾ ਟੈਸਟ ਆ। ਤੁਹਾਨੂੰ ਮਾੜਾ ਵਿੱਚ ਰੋਕਣਾ ਚਾਹੂੰਗਾ, ਤੁਸੀਂ ਆਪਣੀ ਗੱਲ ਕੈਰੀ ਔਨ ਕਰਿਓ। ਡਾਕਟਰ ਸਾਹਿਬ, ਜਿਹੜੇ ਟੈਸਟ ਦੀ ਇਹ ਗੱਲ ਕਰ ਰਹੇ ਨੇ ਨਾ, ਇਹ ਟੈਸਟ ਬੜੇ ਲੋਕ ਆਏ ਨਾ ਸੋਚ ਜਾਣ ਕਿ ਭਾਈ ਅੱਜ ਤਾਂ ਵੋਟਾਂ ਦਾ ਦਿਨ ਆ, ਇਹ ਤਾਂ ਪਹਿਲਾਂ ਕਰਨਾ ਸੀ। ਇਹ ਪਹਿਲਾਂ ਨਹੀਂ ਕਰਨਾ ਸੀ ਡਾਕਟਰ ਸਾਹਿਬ। ਜਿਹੜੀਆਂ ਗੱਲਾਂ ਕਰ ਰਹੇ ਨੇ ਤਾਂ ਤੁਸੀਂ 5 ਮਿੰਟ ਦੇ ਫਟਾਫਟ ਸੋਚ ਸਕਦੇ ਹੋ ਕਿ ਕਿਹੜੇ ਬੰਦੇ ਨੇ ਕੀ ਕੀਤਾ, ਕਿਹੜੇ ਬੰਦੇ ਨੇ ਕੀਤਾ। 5 ਮਿੰਟ ਸੋਚ ਸਕਦੇ ਹੋ। ਕਿਤੇ ਲੋਕ ਇਹ ਨਾ ਸੋਚਣ ਕਿ ਭਾਈ ਇਹ ਤਾਂ ਪਹਿਲਾਂ ਸੋਚਣ ਦਾ ਟਾਈਮ ਸੀ। ਨਹੀਂ ਜੀ, ਨਹੀਂ, ਹੁਣ ਹੀ ਹੈ, ਹੁਣ ਹੀ ਹੈ, ਜਾਣ ਤੋਂ ਪਹਿਲਾਂ ਹੁਣ ਹੀ ਹੈ ਸਮਾਂ। ਤੁਸੀਂ ਕੀ ਕਰਨਾ? ਇਹੀ ਤਾਂ ਅਪਲਾਈ ਕਰਨਾ ਕਿ ਕਿਹੜਾ ਹੱਕ ਸੱਚ ਤੇ ਖੜਦਾ। ਜਿਹੜਾ ਹੱਕ ਸੱਚ ਤੇ ਖੜਦਾ ਉਹਨੂੰ ਵੋਟ ਪਾਓ। ਦੂਜੀ ਚੀਜ਼ ਮੈਂ ਜਿਹੜੀ ਕਹਿ ਰਿਹਾ ਸੀ ਕਿ ਟੈਸਟ ਹੁੰਦਾ, ਇੱਕ ਟੈਸਟ ਹੋਰ ਵੀ ਹੈ ਕਿ ਦੇਖੋ, ਤੁਸੀਂ, ਮੈਂ ਜਾਂ ਜਿਹੜੇ ਮੇਰੀਆਂ ਗੱਲਾਂ ਸੁਣ ਰਹੇ ਹੋਣਗੇ, ਸਾਡਾ ਨਿਆਣਾ ਬਿਮਾਰ ਹੋ ਜੇ, ਅਸੀਂ ਡਾਕਟਰ ਦੇ ਲੈ ਕੇ ਜਾਣਾ ਹੋਏ ਇਲਾਜ ਕਰਾਉਣ ਲਈ, ਤੇ ਡਾਕਟਰ ਕਹੇ ਜੀ ਮੈਂ ਬਹੁਤ ਸਿਆਣਾ ਹੈ ਕਿਉਂਕਿ ਮੇਰੀ ਵੱਡੀ ਟਰਾਂਸਪੋਰਟ ਆ, ਮੈਂ ਬੜੀ ਵੱਡੀ ਟਰਾਂਸਪੋਰਟ ਚਲਾਉਣਾ, ਮੇਰੇ ਤੋਂ ਇਲਾਜ ਕਰਾ ਲਓ। ਕਿ ਅਸੀਂ ਟਰਾਂਸਪੋਰਟਰ ਤੋਂ ਇਲਾਜ ਕਰਾਉਣੇ ਆ? ਅਸੀਂ ਘਰ ਦਾ ਨਕਸ਼ਾ ਬਣਾਉਣਾ ਹੋਏ ਤੇ ਇੱਕ ਬੰਦਾ ਕਹੇ ਹਾਂਜੀ ਮੇਰੇ ਹੋਟਲ ਬੜੇ ਆ ਜੀ, ਜਾਂ ਮੇਰਾ ਵਪਾਰ ਬੜਾ ਹੈ ਜੀ, ਮੇਰੇ ਕੋਲ ਜ਼ਮੀਨ ਬੜੀ ਆ, ਮੇਰੇ ਤੋਂ ਨਕਸ਼ਾ ਬਣਾ ਲਓ। ਅਸੀਂ ਕਹਾਂਗੇ ਯਾਰ ਸਾਨੂੰ ਤਾਂ ਨਕਸ਼ੇ ਬਣਾਉਣ ਲਈ ਐਲੀਜੀਬਿਲਿਟੀ ਵਾਲਾ ਚਾਹੀਦਾ। ਤੇ ਲੀਡਰ ਚੁਣਨ ਲੱਗਿਆ ਵੀ ਨਾ ਘੱਟੋ ਘੱਟ ਇੰਨਾ ਕਿ ਜ਼ਰੂਰ ਦੇਖ ਲਿਓ ਕਿ ਉਹਨੇ ਸੰਵਿਧਾਨ ਪੜ੍ਹਿਆ, ਉਹਨੂੰ ਆਪਦੀਆਂ ਜ਼ਿੰਮੇਵਾਰੀਆਂ ਦਾ ਵਾਕਿਆ ਹੀ ਪਤਾ ਕਿ ਬਤੌਰ MLA ਜਿਹੜਾ ਉਹਨੇ ਵਿਧਾਨ ਸਭਾ ਦਾ ਜਾਂ ਲੈਜਿਸਲੇਟਿਵ ਅਸੈਂਬਲੀ ਦਾ ਮੈਂਬਰ ਬਣਨਾ, ਉਹਨੂੰ ਵਾਕਿਆ ਹੀ ਪਤਾ ਵੀ ਉਹਦੇ ਕੰਮ ਕੀ ਨੇ, ਉਹ ਕਿੰਨੇ ਕੁ ਵਾਰੀ ਗਿਆ, ਉਹ ਤੁਹਾਡੇ ਕੰਮਾਂ ਦੀ ਕਿੰਨੀ ਕੁ ਗੱਲ ਕਰਦਾ। ਕਿ ਤੁਹਾਨੂੰ ਜਿਵੇਂ ਸਾਰੇ ਹੀ ਠੂਠਾ ਜਿਹਾ ਫੜਾਈ ਫਿਰਦੇ ਆ, ਇੰਨਾ ਸਸਤਾ ਆ ਲੈ ਲਓ, ਇੰਨਾ ਮੁਫਤੀ ਆ ਲੈ ਲਓ, ਕੀ ਉਵੇਂ ਹੀ ਆ ਕਿ ਕੋਈ ਪੜ੍ਹੀ ਲਿਖੀ ਗੱਲ ਕਰਨ ਵਾਲਾ ਵੀ ਹੈਗਾ? ਇਹ ਵਿੱਦਿਆ ਨੂੰ, ਗਿਆਨ ਨੂੰ, ਲਿਆਕਤ ਨੂੰ, ਇਹਨੂੰ ਨਾ ਵਿਸਾਰਿਓ ਆਪਦੀ ਵੋਟ ਦੇਣ ਲੱਗਿਆ। ਜਿਹੜੀ ਮਰਜ਼ੀ ਪਾਰਟੀ ਨੂੰ, ਜਿਹੜੇ ਮਰਜ਼ੀ ਲੀਡਰ ਨੂੰ ਵੋਟ ਪਾਓ। ਮੈਂ ਤਾਂ ਕਿਸੇ ਦਾ ਪੱਖ ਨਾ ਰੱਖਦਾ, ਨਾ ਰੱਖ ਸਕਦਾ, ਨਾ ਰੱਖੂੰਗਾ। ਮੈਂ ਸਾਂਝੀ ਗੱਲ ਕਰਦਾ। ਬਿਲਕੁਲ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣ ਦੀ ਜ਼ਰੂਰਤ ਹੈ। ਬਿਲਕੁਲ ਕਿਹੜੇ ਲੋਕ ਤੁਹਾਡੇ ਨਾਲ ਪੜ੍ਹਾਈ ਦੀ ਗੱਲ ਕਰਦੇ ਆ, ਪੜ੍ਹਾਈ ਨਾਲ ਰਿਲੇਟਡ ਕਿੰਨੇ ਵਾਅਦੇ ਕੀਤੇ ਆ, ਸਿਹਤ ਸਹੂਲਤਾਂ ਨਾਲ ਰਿਲੇਟਡ ਕਿੰਨੀ ਗੱਲ ਕੀਤੀ ਹੈ, ਜਾਂ ਫਿਰ ਹੋਰ। ਜੀ ਡਾਕਟਰ ਸਾਹਿਬ, ਵਿਕਾਸ ਜਿਹੜਾ ਹੁੰਦਾ ਜੀ, ਕੋਈ ਪਤਾ ਨਹੀਂ ਵਿਕਾਸ ਕਿਹਦੇ ਨਾਲ ਜੁੜੀ ਜਾਂਦਾ। ਸਾਡੇ ਇੱਥੇ ਜਿਹੜੀਆਂ ਬੇਸਿਕ ਸਹੂਲਤਾਂ ਹੁੰਦੀਆਂ ਨਾ ਜੀ, ਹੁਣ ਕੋਈ ਕਵੇ ਜੀ ਹਾਂ ਵੇਖੋ ਜੀ ਮੈਂ ਤੁਹਾਨੂੰ ਜਿਉਂਦੇ ਰੱਖਦਾ, ਤੁਹਾਡਾ ਬੜਾ ਵਿਕਾਸ ਹੋ ਗਿਆ ਜੀ, ਤੁਸੀਂ ਜੰਮੇ ਸੀ ਤਾਂ 60 ਸਾਲ ਦੇ ਹੋ ਗਏ। ਵਿਕਾਸ ਨਹੀਂ ਹੁੰਦਾ। ਵਿਕਾਸ 3 ਤਰ੍ਹਾਂ ਦਾ ਹੁੰਦਾ ਜੀ। ਇੱਕ ਹੁੰਦਾ ਸਰੀਰ ਦਾ ਵਿਕਾਸ, ਇੱਕ ਹੁੰਦਾ ਦਿਮਾਗ ਦਾ ਵਿਕਾਸ, ਇੱਕ ਹੁੰਦਾ ਸਾਧਨਾਂ ਦੇ ਆਰਥਿਕ ਵਿਕਾਸ ਕਹਿੰਦੇ ਨੇ। 3 ਤਰ੍ਹਾਂ ਦਾ ਹੁੰਦਾ। ਸਰੀਰ ਦੇ ਵਿਕਾਸ ਲਈ ਹੁੰਦਾ ਹਸਪਤਾਲ, ਡਿਸਪੈਂਸਰੀਆਂ, ਡਾਕਟਰ, ਨਰਸਾਂ। ਤੇ ਦਿਮਾਗ ਦੇ ਮਾਨਸਿਕ ਵਿਕਾਸ ਲਈ ਹੁੰਦੇ ਨੇ ਸਕੂਲ, ਕਾਲਜ, ਯੂਨੀਵਰਸਿਟੀਆਂ। ਤੇ ਆਰਥਿਕ ਵਿਕਾਸ ਲਈ ਹੁੰਦਾ ਖੇਤੀਬਾੜੀ ਨੂੰ ਹੁਲਾਰਾ, ਇੰਡਸਟਰੀ ਨੂੰ ਹੁਲਾਰਾ, ਨੌਕਰੀਆਂ। ਇਹਨਾਂ ਤਿੰਨਾਂ ਦੇ ਵਿਕਾਸ ਦੀ ਗੱਲ ਕਿੰਨੇ ਕੀਤੀ ਜਾਂ ਕੌਣ ਕਰ ਰਿਹਾ? ਪੁਰਾਣੇ ਸਮੇਂ 'ਚ ਜੇ ਇਹ ਉਤਾਂਹ ਲੈ ਕੇ ਗਿਆ ਕੋਈ ਤਾਂ ਕੌਣ ਲੈ ਕੇ ਗਿਆ? ਜੇ ਕਿਸੇ ਨੇ ਬੇੜਾ ਗਰਕ ਕੀਤਾ ਤਾਂ ਕਿੰਨੇ ਕੀਤਾ? ਇਹ ਤਿੰਨੇ ਤਰ੍ਹਾਂ ਦੇ ਵਿਕਾਸ ਦਾ। ਇਸ ਚੀਜ਼ ਨੂੰ ਦਿਮਾਗ 'ਚ ਰੱਖ ਕੇ ਵੋਟ ਪਾਉਣ ਜਾਓ। ਇੱਕ ਇਹ ਵੀ ਬੇਨਤੀ ਹੈ। ਵਿਕਾਸ ਇਹ ਹੁੰਦਾ, ਵਿਕਾਸ ਕੋਈ ਲੰਮਾ ਚੌੜਾ ਨਹੀਂ ਹੁੰਦਾ। ਸਾਨੂੰ GDP ਪੜ੍ਹਾਈ ਜਾਂਦੇ ਆ, ਸਾਨੂੰ ਪਰ ਕੈਪੀਟਾ ਇਨਕਮ ਪੜ੍ਹਾਈ ਜਾਂਦੇ ਆ, ਉਹ ਕੋਈ ਵਿਕਾਸ ਨਹੀਂ ਹੁੰਦਾ। ਵਿਕਾਸ ਸਿੱਧਾ ਪੱਧਰਾ ਇਹ ਹੁੰਦਾ ਜਿਹੜਾ ਮਤਲਬ ਸਿੱਧਾ ਪੱਧਰਾ ਹੁੰਦਾ। ਬਿਲਕੁਲ ਗਲੀਆਂ ਨਾਲੀਆਂ ਨੂੰ ਵਿਕਾਸ ਸਮਝੀ ਜਾਂਦੇ ਆ। ਬਿਮਾਰੀ ਸ਼ਮਾਰੀ ਨੂੰ ਡਾਕਟਰ ਮਿਲਿਆ, ਹਸਪਤਾਲ ਮਿਲਿਆ। ਮੇਰੇ ਮਾਨਸਿਕ ਵਿਕਾਸ ਲਈ ਮੇਰੇ ਬੱਚੇ ਨੂੰ ਚੰਗੀ ਵਿੱਦਿਆ ਮਿਲੀ, ਬਹੁਤ ਘੱਟ ਪੈਸੇ ਖਰਚ ਕੇ ਮਿਲੀ ਕਿ ਨਹੀਂ ਮਿਲੀ। ਆਰਥਿਕ ਵਿਕਾਸ ਇਹ ਹੈ ਮੇਰੀ ਖੇਤੀ ਦਾ ਕੋਈ ਹੱਲ ਕਰਨ ਦੇ ਲਈ ਕੋਈ ਤਿਆਰ ਹੈ,
ਮੇਰੀ ਖੇਤੀ ਨੂੰ ਫਾਇਦੇ ਵਾਲਾ ਸੌਦਾ ਕਰਨ ਲਈ ਕੋਈ ਤਿਆਰ ਹੈ, ਮੈਨੂੰ ਰੁਜ਼ਗਾਰ ਦੇਣ ਲਈ ਕੋਈ ਤਿਆਰ ਹੈ। ਪਾਰਟੀਆਂ ਤਾਂ ਇਹ ਕਹਿ ਰਹੀਆਂ, ਹੋਣਾ ਇਹ ਚਾਹੀਦਾ ਸੀ ਕਿ ਸਾਡਾ ਯੂਥ ਇੱਥੋਂ ਅੱਕ ਕੇ ਅਸੀਂ ਸਾਰੀ ਦੁਨੀਆ ਤੇ ਮਸ਼ਹੂਰ ਹਾਂ। ਦੇਖੋ, ਇੱਕ ਪਾਸੇ ਅਸੀਂ ਗੋਰੇ ਨਾਲ, ਅਸੀਂ ਬ੍ਰਿਟਿਸ਼ ਨਾਲ ਅਸੀਂ ਟੱਕਰ ਲਈ, ਉਹਨਾਂ ਤੋਂ ਭਾਰਤ ਜਿਹੜਾ ਗੁਲਾਮ ਸੀ ਉਸ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਉਹਨਾਂ ਨਾਲ ਟੱਕਰ ਲਈ ਹੋਈ ਸੀ। ਇੱਕ ਪਾਸੇ ਅਸੀਂ ਉਹਨਾਂ ਦੇ ਮਿਹਨਤ ਕਰਨ ਲਈ, ਉਹਨਾਂ ਦੇ ਹਾਮੀ ਹੋ ਕੇ ਉਹਨਾਂ ਦੇ ਪੱਖ 'ਚ ਲੜੇ ਵਿਸ਼ਵ ਯੁੱਧਾਂ ਦੇ ਵਿੱਚ, ਤੇ ਸਾਨੂੰ ਸਭ ਤੋਂ ਵੱਧ ਵਿਕਟੋਰੀਆ ਕ੍ਰਾਸ ਮਿਲੇ। ਤੁਸੀਂ ਮੇਰੀ ਬੇਨਤੀ ਸਮਝੇ? ਅਸੀਂ ਇਹੋ ਜਿਹੇ ਲੋਕ ਆ ਕਿ ਅਸੀਂ ਤਾਂ ਦੁਸ਼ਮਣ ਦੇ ਲਈ ਵੀ ਲੜਨ ਜਾਈਏ ਤਾਂ ਅਸੀਂ ਇੰਨਾ ਕੁਝ ਕਰਕੇ ਆਉਣੇ ਆ। ਹੁਣ ਅਸੀਂ ਮਿੱਟੀ ਦੇ ਲਈ ਮਰਨ ਵਾਲੇ, ਅਸੀਂ ਸਾਰੀ ਦੁਨੀਆ ਤੇ ਮਸ਼ਹੂਰ ਆ ਮਿੱਟੀ ਦੇ ਲਈ ਮਰਨ ਵਾਲੇ। ਅਸੀਂ ਆਪਦੀ ਮਿੱਟੀ ਛੱਡ ਕੇ ਵਿਦੇਸ਼ਾਂ 'ਚ ਜਾਈ ਜਾਂਦੇ ਆ ਕਿਉਂਕਿ ਰੁਜ਼ਗਾਰ ਨਹੀਂ ਹੈਗਾ। ਕੋਈ ਪਾਰਟੀ ਇਹ ਨਹੀਂ ਦਾਅਵਾ ਕਰ ਰਹੀ ਕਿ ਅਸੀਂ ਰੁਜ਼ਗਾਰ ਦੇਵਾਂਗੇ, ਪਾਰਟੀਆਂ ਇਹ ਦਾਅਵਾ ਕਰ ਰਹੀਆਂ ਤੁਹਾਨੂੰ ਇੱਥੋਂ ਮਿੱਟੀ ਦਾ ਮੋਹ ਤੋੜ ਕੇ ਪੱਕੇ ਤੌਰ ਤੇ ਇੱਥੋਂ ਜਾਣ ਦੇ ਲਈ ਅਸੀਂ ਪੱਕੇ ਪ੍ਰਬੰਧ ਕਰਕੇ ਦੇਵਾਂਗੇ। ਬਿਲਕੁਲ ਬਿਲਕੁਲ ਬਿਲਕੁਲ, ਸੋਚੋ। ਬਿਲਕੁਲ। ਤਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਕਿ ਵੋਟ ਪਾਉਣ ਲੱਗਿਆ ਇੱਕ ਵਾਰੀ ਦਿਮਾਗ 'ਚ ਜ਼ਰੂਰ ਲਿਆਇਓ, ਜੇ ਤੁਸੀਂ ਵੋਟ ਦਾ ਬਟਨ ਉਹ ਨੱਪਣ ਲੱਗੇ ਹੋ ਜਿਹੜਾ ਰਾਤ ਤੁਹਾਡੇ ਨਾਲ ਕੋਈ ਸਾਈ ਵਧਾਈ ਲਾ ਕੇ ਗਿਆ, ਤਾਂ ਸਮਝ ਲਿਓ ਉਦੋਂ ਹੀ ਵੋਟ ਪਾਉਣ ਲੱਗੇ ਕਿ ਮੈਂ ਵਕਾਊਂ ਹਾਂ, ਮੇਰੀ ਜ਼ਮੀਰ ਮਰੀ ਹੋਈ ਹੈ। ਤੇ ਜੇ ਬੇਸ਼ੱਕ ਵੀ ਤੁਸੀਂ ਰਾਤ ਕੋਈ ਸਾਈ ਵਧਾਈ ਲਾ ਲਈ, ਫਿਰ ਵੀ ਤੁਸੀਂ ਸੋਚ ਸਮਝ ਕੇ ਵੋਟ ਪਾ ਰਹੇ ਹੋ, ਫਿਰ ਵੀ ਤੁਹਾਨੂੰ ਲੱਗ ਰਿਹਾ ਕਿ ਯਾਰ ਬੇਸ਼ੱਕ ਉਹ ਬੰਦਾ ਮੇਰੇ ਨਾਲ ਐਂ ਕਰ ਗਿਆ, ਮੇਰੇ ਨਾਲ ਜੋ ਸਾਈ ਵਧਾਈ ਲਾ ਗਿਆ, ਪਰ ਫਿਰ ਵੀ ਯਾਰ ਆਹ ਬੰਦਾ ਚੰਗਾ, ਆਹ ਬੰਦੇ ਨੂੰ ਮੈਂ ਵੋਟ ਪਾਉਣ ਲੱਗਿਆ, ਤਾਂ ਫਿਰ ਥੋੜ੍ਹਾ ਜਿਹਾ ਮੇਰੇ ਖਿਆਲ 'ਚ ਤੁਹਾਡੇ ਮਨ ਨੂੰ ਵੀ ਜਿਹੜਾ ਅਹਿਸਾਸ ਹੋਊਗਾ ਵੀ ਭਾਈ ਠੀਕ ਹੈ, ਮੇਰਾ ਵੀ ਜ਼ਮੀਰ ਹੈਗਾ। ਤੇ ਜੇ ਵਾਕਈ ਉਹੀ ਗੱਲ ਤੁਸੀਂ ਰਾਤ ਸਾਈ ਵਧਾਈ ਕਰਕੇ ਉਹ ਬਟਨ ਨੱਪਤਾ, ਤਾਂ ਫਿਰ ਤੁਸੀਂ ਸੋਚ ਰਹੇ ਹੋ ਕਿ ਜਿਹੜੇ ਗਾਣੇ ਚੱਲਦੇ ਆ, ਜਿਹੜੀਆਂ ਗੱਲਾਂ ਚੱਲਦੀਆਂ, ਜਿਹੜੀਆਂ ਕਹਾਵਤਾਂ ਚੱਲਦੀਆਂ ਵਿਕਾਊ ਵਾਲੀਆਂ, ਗਦਾਰਾਂ ਵਾਲੀਆਂ, ਜੋ ਵੀ ਉਹ ਸਮਝ ਆਪਦੇ ਆਪ ਤੇ ਲਾ ਲਿਓ। ਕਿਉਂ ਡਾਕਟਰ ਸਾਹਿਬ ਸਹੀ ਕਹਿ ਰਹੇ ਆ ਜੀ? ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਜੀ। ਠੀਕ ਜੀ, ਜੋ ਹੋ ਗਿਆ ਸੋ ਹੋ ਗਿਆ। ਮੇਰੀ ਮਾਤਾ ਕਹਿੰਦੀ ਹੁੰਦੀ ਆ, ਉਹ ਕਹਿੰਦੀ ਕਿ ਉਹਦੀ ਮਾਂ ਪਹਿਲਾਂ ਉਹਨੂੰ ਸਮਝਾਉਂਦੀ ਸੀ, ਹੁਣ ਮੇਰੀ ਮਾਤਾ ਮੈਨੂੰ ਦੱਸਦੀ ਹੁੰਦੀ ਆ, ਕਹਿੰਦੀ ਕਿ ਇੱਕ ਹੁੰਦਾ 32 ਗੁਣਾ, ਇੱਕ ਹੁੰਦਾ 33 ਗੁਣਾ। 32 ਗੁਣਾ ਉਹ ਹੁੰਦਾ ਜਿਹੜਾ ਆਪਣੇ ਆਪ ਹੀ ਸਾਰੀਆਂ ਸਿਆਣਪਾਂ ਵਾਲੇ ਕੰਮ ਕਰਦਾ, ਤੇ 33 ਗੁਣਾ ਉਹ ਹੁੰਦਾ ਜਿਹਦੇ ਵਿੱਚ ਕੋਈ ਗਲਤੀ ਹੋਵੇ ਪਰ ਉਹ ਕਿਸੇ ਸਿਆਣੇ ਦੇ ਕਹਿਣ ਤੇ ਆਪਦੀ ਗਲਤੀ ਨੂੰ ਸੁਧਾਰ ਕੇ ਸਿਆਣਾ ਹੋ ਜਾਏ, ਉਹ 33 ਗੁਣਾ ਹੁੰਦਾ। ਕਿਉਂਕਿ ਉਹਦੇ ਵਿੱਚ 33ਵਾਂ ਗੁਣ ਇਹ ਹੁੰਦਾ ਕਿ ਉਹ ਆਪਦੇ ਗੁਣਾਂ ਨੂੰ ਛੱਡ ਕੇ, ਆਪਦੇ ਔਗਣਾਂ ਨੂੰ ਛੱਡ ਕੇ ਇੱਕ ਨਵਾਂ ਗੁਣ ਲੈਣ ਦੀ ਉਹਦੀ ਤਬੀਅਤ ਹੁੰਦੀ ਹੈ, ਉਹਦਾ 33ਵਾਂ ਗੁਣ ਹੁੰਦਾ। ਤਾਂ ਤੁਸੀਂ 32 ਗੁਣੇ ਤੋਂ ਸਗੋਂ ਤੁਹਾਡੇ ਕੋਲੇ ਹੁਣ ਮੌਕਾ ਹੈ 33 ਗੁਣਾ ਬਣਨ ਦਾ। ਜੋ ਭੁੱਲਾਂ ਹੋ ਗਈਆਂ ਸੋ ਹੋ ਗਈਆਂ, ਹੁਣ 33 ਗੁਣੇ ਬਣੋ। 33ਵਾਂ ਗੁਣ ਇਹ ਆ ਕਿ ਭੁੱਲ ਬਖਸ਼ਾ ਲਓ। ਅਜੇ ਵੀ ਵੋਟ ਪਾਉਣ ਜਾਣਾ ਹੋਏਗਾ, ਤੁਸੀਂ ਭੁੱਲ ਬਖਸ਼ਾ ਲਓ, 33 ਗੁਣੇ ਬਣ ਜਾਓ। ਤੁਹਾਡਾ ਵੀ ਫਾਇਦਾ ਤੇ ਪੰਜਾਬ ਦਾ ਵੀ ਫਾਇਦਾ। ਤੁਹਾਡੀਆਂ ਨਸਲਾਂ, ਤੁਹਾਡੀਆਂ ਹੀ ਫਸਲਾਂ, ਤੁਹਾਡੀਆਂ ਹੀ ਕਣਕਾਂ, ਤੁਹਾਡੀਆਂ ਹੀ ਅਣਖਾਂ ਦੀ ਸਹੁੰ ਆ ਤੁਹਾਨੂੰ। ਪ੍ਰੋਗਰਾਮ ਦੇ ਵਿੱਚ ਜੁੜੇ ਜੀ ਜੀ ਕੀਤਾ ਫਿਰ ਇਹ ਬਦਲਾਅ ਨਹੀਂ ਆਉਣਾ। ਇਹ ਬਿਲਕੁਲ ਇੰਨਾ ਸਸਤਾ ਆਪਦੇ ਆਪ ਨੂੰ ਨਾ ਵੇਚੋ। ਆਪਦੇ ਪੁੱਤਾਂ ਨੂੰ ਪੁੱਛ ਕੇ ਦੇਖੋ ਤੁਹਾਡੀ ਕੀਮਤ, ਆਪਦੀਆਂ ਧੀਆਂ ਨੂੰ ਪੁੱਛ ਕੇ ਵੇਖੋ ਤੁਹਾਡੀ ਕੀਮਤ, ਆਪਦੇ ਭਰਾਵਾਂ ਨੂੰ ਪੁੱਛ ਕੇ ਵੇਖੋ ਤੁਹਾਡੀ ਕੀਮਤ। ਇਹ 500-700 ਰੁਪਏ ਦੀ ਸ਼ਰਾਬ ਦੀ ਬੋਤਲ ਨਹੀਂ ਹੋ ਸਕਦੀ, ਕੋਈ ਚੰਦ ਪੈਸੇ ਨਹੀਂ ਹੋ ਸਕਦੇ। ਅੱਜ ਡਾਕਟਰ ਸਾਹਿਬ ਇਹਨਾਂ ਨੂੰ ਦਾਰੂ ਫ੍ਰੀ ਮਿਲ ਸਕਦੀ ਹੈ, ਅੱਜ ਇਹਨਾਂ ਨੂੰ ਦਾਰੂ ਫ੍ਰੀ ਮਿਲ ਸਕਦੀ ਹੈ, ਤਾਂ ਕੱਲ ਨੂੰ ਡਾਂਗਾ ਵੀ ਫ੍ਰੀ ਇਹਨਾਂ ਨੂੰ, ਇਹਨਾਂ ਦੇ ਟੱਬਰ ਲਈ, ਇਹਨਾਂ ਲਈ ਜ਼ਰੂਰ ਮਿਲਣਗੀਆਂ। ਕਿਉਂ ਡਾਕਟਰ ਸਾਹਿਬ? ਬਿਲਕੁਲ ਜੀ, ਤੁਸੀਂ ਆਪਣੇ ਆਪ ਨੂੰ ਵੇਚ ਦਿੱਤਾ, ਤੁਸੀਂ ਆਪਦੇ ਹੱਥ ਵੱਢ ਕੇ ਕਿਸੇ ਨੂੰ ਦੇ ਦਿੱਤੇ, ਫਿਰ ਉਹ ਤੁਹਾਡੇ ਨਾਲ ਜੋ ਮਰਜ਼ੀ ਕਰੇ, ਫਿਰ ਉਹ ਤੁਹਾਡਾ ਖਸਮ ਹੈ ਤੇ ਤੁਸੀਂ ਉਹਦੇ ਗੁਲਾਮ ਹੋ, ਉਹ ਨਾਬਰ ਹੈ। ਤੁਸੀਂ ਉਹਨੂੰ ਵੇਚ ਦਿੱਤਾ। ਜੇ ਤੁਸੀਂ ਉਹਦੇ ਇਸ ਛਲਾਵੇ 'ਚ ਆ ਕੇ ਉਹਨੂੰ ਵੋਟ ਦੇ ਦਿੱਤੀ, ਤਾਂ ਤੁਸੀਂ ਉਹਨੂੰ ਨਹੀਂ ਇਕੱਲਾ ਵੇਚਿਆ, ਤੁਸੀਂ ਭਾਰਤ ਦੇ ਸੰਵਿਧਾਨ ਦੇ ਨਾਲ ਠੱਗੀ ਕੀਤੀ ਹੈ, ਤੁਸੀਂ ਲੋਕਾਂ ਨਾਲ ਠੱਗੀ ਕੀਤੀ ਹੈ, ਤੁਸੀਂ ਭਾਰਤ ਦੀ ਉਸ ਮਾਨਸਿਕਤਾ ਨਾਲ ਫਿਰ ਠੱਗੀ ਕੀਤੀ ਹੈ, ਜਿਹੜੀ ਮਾਨਸਿਕਤਾ ਭਾਰਤ ਨੂੰ ਤੇ ਪੰਜਾਬ ਨੂੰ ਹਰੇਕ ਪੱਖ ਤੋਂ ਤਰੱਕੀ ਤੇ ਪਵਿੱਤਰਤਾ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੀ ਹੈ। ਤੁਸੀਂ ਉਸ ਚੀਜ਼ ਦੇ ਗੁਨਾਹਗਾਰ ਹੋ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਅਹਿਮ ਅਪੀਲ ਜਿਹੜੀ ਸਾਡੇ ਦਰਸ਼ਕਾਂ ਨੂੰ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਅਸੀਂ ਜਾਂਦੇ ਇੱਕ ਵਾਰ ਤੋਂ ਫਿਰ ਬੇਨਤੀ ਕਰਦੇ ਹਾਂ ਕਿ ਹੁਣ ਤੋਂ ਕੁਝ ਦੇਰ ਬਾਅਦ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ, ਤੇ ਜਿਹੜੇ ਪ੍ਰੋਗਰਾਮ ਦੇਖ ਵੀ ਰਹੇ ਆ ਤੇ ਵੋਟਾਂ ਪੈਣ ਦੇ ਵਿਚਾਲੇ ਵੀ ਇਹ ਪ੍ਰੋਗਰਾਮ ਜਿਹੜਾ ਦੇਖ ਰਹੇ ਆ, ਤਾਂ ਅਸੀਂ ਅਪੀਲ ਕਰਦੇ ਹਾਂ
ਹੱਥ ਜੋੜ ਕੇ ਕਿ ਵੋਟ ਪਾਉਣ ਤੋਂ ਪਹਿਲਾਂ ਜਿਹੜੀਆਂ ਗੱਲਾਂ ਡਾਕਟਰ ਸਾਹਿਬ ਨੇ ਜਿਹੜੀਆਂ ਤੁਹਾਡੇ ਧਿਆਨ ਦੇ ਵਿੱਚ ਲਿਆਂਦੀਆਂ ਨੇ ਉਹ ਧਿਆਨ ਦੇ ਵਿੱਚ ਰੱਖ ਕੇ ਜ਼ਰੂਰ ਵੋਟ ਪਾਇਓ। ਹੋ ਸਕਦਾ ਕਿ ਇਸ ਤੋਂ ਵਧੀਆ ਕੁਝ ਗੱਲਾਂ ਤੁਹਾਡੇ ਆਲਰੇਡੀ ਦਿਮਾਗ ਦੇ ਵਿੱਚ ਹੋਣ ਜਾਂ ਤੁਹਾਡਾ ਆਲੇ ਦੁਆਲੇ ਦੇ ਕੁਝ ਲੋਕਾਂ ਨੇ ਦੱਸੀ ਹੋਣ, ਪਰ ਅਸੀਂ ਉਹੀ ਗੱਲ ਕਹਿ ਰਹੇ ਹਾਂ ਕਿ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖ ਕੇ ਵੋਟ ਪਾਇਓ, ਵਿਕ ਕੇ ਵੋਟ ਨਾ ਪਾਇਓ, ਤਾਂ ਜੋ ਆਉਣ ਵਾਲਾ ਭਵਿੱਖ ਜਿਹੜਾ ਸਾਡਾ ਉਹ ਸਹੀ ਰਹਿ ਸਕੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਤੇ ਡਾਕਟਰ ਸਾਹਿਬ ਦੇ ਵੱਲੋਂ ਸਾਂਝੀ ਕੀਤੀ ਅਹਿਮ ਜਾਣਕਾਰੀ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।